ਇਹ ਗਾਣਾ ਮੈਂ ਗਾਇਆ, ਮੈਨੂੰ ਆਂਡੇ ਪਏ ਜਨਾਬ। ਇਹਦੀ ਵਜ੍ਹਾ ਜੰਜ ਦਾ ਗਾਣ ਡਿਆ ਇਹ ਵੇਖੋ ਗੱਲਾਂ ਕਰਦਾ ਇਲਾਜ ਹੋਣਾ ਇਹਦਾ ਜੀ ਗੁਜ਼ਾਰਨ ਦੇ ਆ ਗੁਜ਼ਰੇ ਇਹਦੇ ਲਾਗੋਂ ਕੋਈ ਗੱਡੀ ਗੁਜ਼ਰੇ ਹੈ, ਇਹਦਾ ਨਾਨਾ ਗੁਜ਼ਰੇ, ਇਹਦਾ ਦਾਦਾ ਗੁਜ਼ਰੇ ਜਿਨ੍ਹਾਂ ਨੇ ਨਾਂ लिखे। 18,000 रुपये मटीरियल उस पर पर्चा कराते हैं, पर्चा कराओ और इसको अंदर कराओ, ठीक है ना, अनलेस कि ये तौबा करे आइंदा कि ये ऐसी हरकत नहीं आप कि नेक्स्ट टाइम मैं कोल नहीं पवा। ਇਹਨੇ ਮੈਨੂੰ ਕਿਹਾ ਤੇਰੀ ਬੀਵੀ ਦਾ ਮਰਜ਼ ਠੀਕ ਹੋ ਜਾਏਗਾ, 3 ਦਿਨ ਆਪਣੇ ਸਿਰ ਤੇ ਕੱਦੂ ਰੱਖ। 3 दिन ਮੈਂ ਕੱਦੂ ਰੱਖਿਆ, ਮੇਰੀ ਧੌਣ ਆਕੜ ਗਈ ਜਨਾਬ, ਮੈਂ ਕਿਸੇ ਨੂੰ ਜਵਾਬ ਨਹੀਂ ਦੇ ਸਕਦਾ। ਅਕੇਲੇ ਹੈ ਚਲੇ ਆਓ जहाँ हो, अकेले चले आओ जहाँ हो, कहाँ आवाज दे तुमको कहाँ हो। ਨੂੰ ਮੈਂ ਕਿਹਾ ਜਾ ਫੈਸਲਾਬਾਦ ਚਲੇ ਜਾ, ਇਹ ਫੈਸਲਾਬਾਦ ਨੂੰ ਚਲਾ ਗਿਆ। ਹੁਣ ਦੱਸੋ ਰਾਹ ਚ ਆਂਦਾ ਜੜਾਂ ਵਾਲਾ, ਫੇਰ ਕਹਿੰਦਾ ਜੀ ਉਹ ਰਸੋਲੀ ਜਿਹੜੀ ਉਹ ਜੜਾਂ ਪੈ ਗਈਆਂ, ਤੇ ਜੜਾਂ ਤੇ ਪੈਣਗੀਆਂ। डॉक्टर साहब जो मर्जी खा लो, जिन्ने मर्जी वास्ते पालो, मैं बंदे ਨੂੰ ਨਹੀਂ ਛੱਡਣਾ। ਉੱਠੇ ਅਨਿਲ ਕਪੂਰ ਨੂੰ ਮੈਂ ਨਹੀਂ ਛੱਡਣਾ। ਇਹਨੇ ਮੇਰਾ ਬੜਾ ਨੁਕਸਾਨ ਕੀਤਾ ਜੇ, ਇਹਨੇ ਮੇਰੇ ਕੋ ਬੜੇ ਟੋਟਕੇ ਕਰਵਾਏ ਜੇ, ਇਹਨੇ ਮੈਨੂੰ ਬੜੀ ਬੜੀ ਦੂਰ ਭੇਜਿਆ ਜੇ। ਹੁਣ ਮੈਂ ਇਹਨੂੰ ਨਹੀਂ ਛੱਡ। एक मिनट जी, देखो आपको पूरा मौका मिलेगा, उनको भी बात करने दें। बात कर। ये सूफी टॉक में आप आए हैं आज जी, हमारे साथ प्रोफेसर आमना हैं जी जी, जो ब्रेस्ट सर्जन हैं, जो इस मसले का हल निकालेंगे, जो बहुत ब्रेस्ट सर्जन, बॉटम सर्जन, जनरल सर्जन है, प्रोफेसर ऑफ सर्जरी हैं। ਅਸੀਂ ਬਾਜੀ ਉਹਨਾਂ ਨੂੰ ਇਸਲਾਮ ਕਹਿੰਦੇ ਆ। ਬਾਜੀ मैं ਇਹਨੂੰ नहीं छड्डना। अच्छा देखो, ये तशद्दुद की बातें अभी नहीं करनी, पहले हमें रूट कॉज देखनी है कि हमने एनालिसिस करना है कि असल मसला है क्या। ਉਹ ਬਾਜੀ ਜਿਹਨੂੰ ਲੱਗਦੀ ਦਰਦ ਉਹਨੂੰ ਹੁੰਦਾ। ਤੁਹਾਨੂੰ ਕੀ ਪਤਾ ਦਰਮਾਨਾ ਕੁਰਸੀ ਤੇ ਬੈਠੇ ਹੋ, ਇਸ ਬੰਦੇ ਨੇ ਮੇਰਾ ਧੁੱਪੇ ਫਰਾ ਕੇ ਰੰਗ ਕਾਲਾ ਕਰਤਾ। समझ आ गई कि ਮੇਰਾ ਨਾਨਾ ਦਾਦਾ ਸਾਰੇ ਚੋਰ ਸੜ ਚੋਰ ਸੜ ਚੋਰ ਸੜ। किस चीज का आपको ਇਹ ਟੋਟਕੇ ਦਿੰਦੇ ਨੇ ਲੋਕਾਂ ਨੂੰ। ਅੱਛਾ, ਕਿਸੇ ਨੂੰ ਕੁਝ ਹੋ ਗਿਆ ਇਹ ਕਰ ਲਓ, ਕਿਸੇ ਨੂੰ ਹੋ ਗਿਆ ਇਹ ਕਰ ਲਓ। ਮੇਰੀ ਬੀਵੀ ਦੀ ਰਸੌਲੀ ਹੋ ਗਈ। ਕੀ ਕਰ ਲੋ ਦੱਸੋ ਕੀ अच्छा अच्छा यार सुन, एक एक करके बात करें ना। जी जी। आपकी जो जोजा हैं, हाँ जी, बेगम आपकी वाइफ, मेरी जोजा वालदा ओ मोहतरमा ਤੋੜ ਕੇ ਪੁੱਠੇ ਹੋਣੇ ਹੀ ਨੇ। देखो मेरी बात सुनो, तो परेशान लग रहा है वो बंदा। हाँ जी हाँ जी। तो उनको बात करने दें। अच्छा, आपकी जो जोजा हैं, हाँ उनको होगी रसौली जी, वही उनकी ब्रेस्ट में रसौली हो गई जी। अब मसला ये हुआ कि आप इनके पास क्यों गए? आप ये डॉक्टर हमारे पास एक से एक बढ़ के डॉक्टर हैं। ਇਹ ਵੱਡੇ ਡਾਕਟਰ ਆ। ਅੱਛਾ। ਮੈਨੂੰ ਜਿਹੜੇ ਛੋਟੇ ਮਹੱਲੇ ਚੋਂ ਲੋਕਾਂ ਨੇ ਕਿਹਾ ਆ ਟੋਟ ਕੇ ਦੱਸ ਦੇ ਇਹਨਾਂ ਕੋ ਜਾਓ, ਅਸੀਂ ਚਲੇ ਗਏ। ਜਿਹੜੇ ਇਹਨਾਂ ਨੇ ਮੈਨੂੰ ਤੋੜ ਕੇ ਭੇਜਿਆ ਦੱਸੇ ਫੈਸਲਾਬਾਦ। ਡਾਕਟਰ ਸਾਹਿਬ। एक सेकंड। अच्छा, तो आप टोटके बताते हैं लोगों जी जी। आपके पास कोई है क्वालिफिकेशन या ਕੁਆਲੀਫਿਕੇਸ਼ਨ ਨਹੀਂ, ਇਹਦੇ ਲਈ ਕਿਹੜੀ ਜ਼ਰੂਰਤ ਪੈਂਦੀ ਕੁਆਲੀਫਿਕੇਸ਼ਨ ਦੀ? ਅੱਛਾ। ਇਹ ਤੇ ਯਾਨੀ ਕਿ ਜੱਦੀ ਪੁਸ਼ਤੀ ਚੱਲਦੀ ਜਾਂਦੀ ਨਾ ਪਿੰਡਾਂ ਥਾਵੇਂ ਤੁਸੀਂ ਗਏ यानी ਹੋਗੇ। जद्दी पुश्ती वो ਹਾਂ, आपको एक हैं। ਹਾਂ। अच्छा अच्छा। ਥੁੱਕਣਾ ਪਕੌੜੇ ਚੱਲਦੀ ਪੂਰੀ ਫੈਮਿਲੀ ਥੁੱਕਣਾ। नहीं तो ਤੁਸੀਂ ਉਹਨਾਂ ਕੋ ਪਕੌੜੇ ਕਿਉਂ ਖਰੀਦ ਜਾਂਦੇ ਹੋ? ਸਾਨੂੰ ਭੁੱਖ ਲੱਗੀ, ਸਾਨੂੰ ਲੋਕਾਂ ਨੇ ਕਿਹਾ ਇਹਨਾਂ ਕੋ ਜਾਓ, ਇਹ ਬੜੇ ਅੱਛੇ ਲੋਕ ਨੇ। ਅਸੀਂ ਬੜੇ ਜਾ ਅੱਛੇ ਕੇ- ਪਕੌੜੇ ਵੇਚਦੇ ਨੇ। ਬੜੇ ਅੱਛੇ ਜਾ ਕੇ ਮੁਹਤਰਮਾ ਬੜੇ ਪਿਆਰ ਨਾਲ ਇਹਨਾਂ ਨੂੰ ਫਿਰ ਸਲਾਮ। ਅੱਛੇ ਵੀ ਲੱਗੇ, ਇੱਕ ਵਾਰੀ ਨਹੀਂ ਕਈ ਵਾਰੀ ਆਏ। ਹਾਂਜੀ। ਹੈਂ ਜੀ। ਇਹਨੇ ਮੈਨੂੰ ਕਿਹਾ ਤੇਰੀ ਬੀਵੀ ਦਾ ਮਰਜ਼ ਠੀਕ ਹੋ ਜਾਏਗਾ, 3 ਦਿਨ ਆਪਣੇ ਸਿਰ ਤੇ ਕੱਦੂ ਰੱਖ। 3 दिन ਮੈਂ ਕੱਦੂ ਰੱਖਿਆ, ਮੇਰੀ ਧੌਣ ਆਕੜ ਗਈ ਜਨਾਬ, ਮੈਂ ਕਿਸੇ ਨੂੰ ਜਵਾਬ ਨਹੀਂ ਦੇ ਸਕਦਾ। ਕੀ ਹੋਇਆ? ਇਹਨਾਂ ਨੂੰ ਪਹਿਲੇ ਇਹ ਤੇ ਇਹ ਗੱਲ ਪੁੱਛੋ ਸੁਣੋ ਤੇ ਉਹ ਕਿ ਕੱਦੂ ਰੱਖਣਾ ਕਿਹੜਾ ਸੀ, ਕਿਹੜਾ ਕੱਦੂ ਰੱਖਿਆ ਸੀ? ਚਲੋ ਹੁਣੇ ਦੱਸ ਦਿਓ। ਇਹ ਹਰੇ ਰੰਗ ਦਾ। ਹਰੇ ਰੰਗ ਦਾ ਨਹੀਂ, ਹਲਵਾ ਕੱਦੂ ਰੱਖਣਾ ਸੀ। ਇਹ ਟੋਟਕਾ ਪੁੱਠਾ ਕੀਤਾ ਨਾ ਇਹਨਾਂ ਨੇ। कद्दू तो सिर पे रखे हैं। जी सर। कद्दू रखने से भी क्या ये मसला हल हो सकता था, चाहे वो जिस मर्जी रंग का हो? ਦੇ ਜਵਾਬ ਹੁੰਦਾ ਮੈਡਮ ਮੇਰੀ ਗੱਲ ਸੁਣੋ ਕਿ ਨਹੀਂ ਹੋ ਸਕਦਾ ਜੀ ਐਸੇ ਲੋਕ ਆਣਗੇ ਸਾਡੇ ਕੋਲ ਤੇ ਮਜ਼ੀਦ ਅੱਗੇ ਕੰਮ ਚੱਲੇਗਾ ਕਿ ਨਾ ਤੁਸੀਂ ਸਾਡਾ। ਉਹਨਾਂ ਨੂੰ ਸੱਚ ਦੱਸੋ ਕਿ ਜੀ ਇਹ ਸਾਡਾ ਕੰਮ ਨਹੀਂ, ਤੁਸੀਂ ਇਹ ਕਿਸੇ ਨਹੀਂ ਡਾਕਟਰ ਕੋਲ ਮੰਨਿਆ- ਜਾਓ। ਨਹੀਂ ਮੰਨਿਆ ਬੁੱਢੀ ਬਾਕੀ ਨੂੰ ਫੈਸਲਾਬਾਦ यार ਵੀ ਲੈ एक ਗਿਆ। एक सेकंड, एक ਇਹ बारी ਆਪਣੀ बारी बात ਬੁੱਢੀ होगी। ਨੂੰ ਫੈਸਲਾਬਾਦ ਇਹਦੇ ਕੋਈ ਜਾਨ ਛਡਾਈ ਹੈ। ਮੈਨੂੰ ਮੈਂ ਕਿਹਾ ਜਾ ਫੈਸਲਾਬਾਦ ਚਲੇ ਜਾ, ਇਹ ਫੈਸਲਾਬਾਦ ਨੂੰ ਚਲਾ ਗਿਆ। ਹੁਣ ਦੱਸੋ ਰਾਹ ਚ ਆਂਦਾ ਜੜਾਂ ਵਾਲਾ, ਫੇਰ ਕਹਿੰਦਾ ਜੀ ਉਹ ਰਸੋਲੀ ਜਿਹੜੀ ਉਹ ਜੜਾਂ ਪੈ ਗਈਆਂ, ਤੇ ਜੜਾਂ ਤੇ ਪੈਣਗੀਆਂ ਜੜਾਂ। बात करने दें। जी जी। देखिए मसला यही होता है, हर केस में मसला यही होता है कि हमारे यहाँ सबसे बड़ी प्रॉब्लम है जहालत। लोगों को इल्म नहीं है कि उन्होंने क्या करना है ये बात। और उन्होंने किसके पास जाना है। सरकारी अस्पताल दिन रात खुले होते हैं, वहाँ Yes. पे डॉक्टर्स दिन रात मौजूद होते हैं, वहाँ पे अपना पेशेंट आप लेकर जाएं। कोई डॉक्टर बड़ा छोटा नहीं, हम डॉक्टर बनते हैं तो हमारे दिल में अल्लाह ने मरीजों के लिए दर्द डाला होता है तो हम ऐसे बनते ही। ये हैं। बात नहीं डॉक्टर साहब, ठीक है ना, हमने मरीजों का इलाज करने के लिए हम डॉक्टर बने हुए हैं। ना कोई डॉक्टर महंगा, कुछ प्राइवेट में डॉक्टर्स महंगे हैं, लेकिन सरकारी अस्पताल में तो मुफ्त इलाज होता है। अगर आपकी बेगम को रसोली थी तो इनके पास जाने की बजाय आपको किसी डॉक्टर को चेक कराना ਉਹ चाहिए। ਬੇੜਾ ਗਰਕ ਹੋਵੇ ਬਾਜੀ ਜੀ ਉਸ ਬੰਦੇ ਦਾ ਜਿਹਨੇ ਮੈਨੂੰ ਕਿਹਾ ਇਹਨਾਂ ਕੋ ਜਾ। ਬਾਜੀ ਤੁਹਾਡੀ ਗੱਲ ਨੂੰ ਮੈਂ ਮੰਨਣਾ।
اصل بات پہلے یہ بھی کیا ہی جاہل یہ تو آپ کے پاس کون سی کوالیفیکیشن ہے نہیں جو تو آپ ان کو جاہل کہیں گے؟ ڈاکٹر صاحب ذرا میری بات سنیں۔ ان کا ذرا جائزہ جو لوگ ہیں ان کے بارے اور میں آپ جیسے لوگوں کو ایسے نہیں کرنا چاہیے۔ میری بات سنیں، ایسے لوگ کیوں آتے ہیں؟ اب وہ دیکھیں آئیں، ان کے ٹھیک ہے، ماموں نے ایک انہیں سیکنڈ۔ بھیجا جی فلانی جگہ پہ جائیں جی، ان ٹھیک کا ہے نانا کرتا تھا، مان دادا لیا کرتا سارا تھا۔ کچھ، آپ کا فرض بنتا تھا بحیثیت انسان، بحیثیت مسلمان، بحیثیت شہری انہیں بتانا کہ یہ میرے بس کا روگ نہیں ہے، تم کسی ڈاکٹر سے اپنی بیگم کا علاج کراؤ۔ ایسے ہی آپ نے کیوں نہیں بتایا؟ ਤੁਸੀਂ ਆਪੀ ਦੱਸੋ ਮਾਨ ਮੈਨੂੰ ਕਹਿੰਦਾ ਕਾਲੇ ਚਨੇ ਦਹੀਂ ਪਾ ਕੇ ਖਾ ਚਨੇ ਖਾ ਨਹੀਂ ਭੁੱਜਿਆਂ 'ਚ ਨਹੀਂ ਨਾ ਖਾਣੀ ਸੀ, ਉਹ ਹਾਂਡੀ 'ਚ ਭੁੰਨ ਕੇ ਪਾ ਕੇ ਖਾਣੀ। یہ سارے ਬਾਜੀ ਮੇਰੀ ਬੀਵੀ ਘਰ ਦੁਖੀ ਹਾਏ 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 ਕਰਨ ਕੇ ਬੈਠੀ, ਮੈਂ ਹੁਣ ਕੀ ਕਰਾਂ ਦੱਸੋ ਮੈਨੂੰ। آپ اسے سرکاری اسپتال میرے پاس لے ਮੈਨੂੰ کر ਆਪਣਾ ਨੰਬਰ ਦਿਓ ਬਾਜੀ, ਮੈਂ نمبر نہیں دوں گی میں، سرکاری اسپتال میں آؤٹ ڈور کا نمبر بتاؤں گی، اپنی وارڈ کا نمبر بتاؤں گی۔ ਬਹੁਤ ਤੇਰੀਆਂ ਖਾ آپ اپنی مریض کو لے کر آئیں، نہ علاج ہو تو آپ میرا گربان پکڑ لیجیے۔ ڈاکٹر صاحب یہ جو وقت ضائع ہوا ہے، ڈیفینیٹلی اس وقت میں وہ ٹیومر آبویسلی پھیل گیا ہو گیا، کیا پتا وہ کس سٹیج میں وہ، اور اب وہ سٹیج 3 ہو 4 ہو، کیا پتا وہ ٹیومر میٹاسٹاسائز یعنی کہ بلڈ کے ذریعے جسم کے باقی حصوں میں نہ پھیلا ہو، تو ہمیں پیشنٹ کو پہلے دیکھنا پڑتا ہے۔ میں سب سے پہلے یہ بتا دوں کہ بریسٹ کینسر جو ہے نا وہ صرف خواتین کا مرض نہیں ہے، یہ مردوں میں بھی پایا جاتا ہے۔ ਇਹਨੂੰ ਹੋਣਾ ਇਹਨੂੰ ਹੋਣਾ ਇਹਨੂੰ نہیں، ਹੋਣਾ ایسے نہیں کہتے، مردوں میں اس کی تعداد بہت کم ہے، بہت ریئر ہے۔ میں نے بھی اب تک صرف 2 یا 3 میل کیسز دیکھے ہیں بریسٹ کینسر کے۔ یہ جو رسولی جو قابل علاج تھی اس وقت، آپ کا خیال ہے اس وقت کیا ہونا چاہیے تھا؟ جی اس کا سب سے پہلے نا کسی ڈاکٹر کو دکھانا چاہیے تھا۔ پہلے ہوتا تھا کہ میل سرجنز تھے تو لوگ بھی اور خواتین خود بھی اپنا چیک اپ نہیں کرتی تھی، اب پورے ملک میں لیڈی سرجنز اچھی تعداد میں موجود ہیں۔ آپ ہسپتال جائیں، اپنا چیک اپ کروائیے۔ اگر یہ بھائی صاحب پہلے اپنی بیگم کو لے کر آتے تو پتہ نہیں وہ بینائن تھا یا ملیگننٹ تھا، اور اگر ملیگننٹ تھا ہو سکتا ہے سٹیج 1 یا سٹیج 2 میں ہوتا۔ اگر سٹیج 1 اور سٹیج 2 میں ہوتا، ایک چھوٹے سے آپریشن سے اس نے ٹھیک ہو جانا تھا۔ اب وہ پتہ نہیں کتنا بڑھ چکا ہے، کہاں کہاں اس کے میٹاسٹیسس بلڈ کے ذریعے پھیل چکے ہوئے ہیں۔ تو اس طرح کے پیشنٹ کو پہلے ہم داخل کرتے ہیں، اس کا کمپلیٹ ورک اپ میں کرواؤں گی کہ وہ کس سٹیج میں ٹیومر ہے، کہاں کہاں پھیلا ہوا ہے، اور پھر سب سے پہلے اس کی ہم نیو ایڈجوونٹ کیمو ریڈیو تھراپی کرتے ہیں، ٹیومر کو ڈاؤن سٹیج کریں گے، پھر اس کی سرجری کریں گے۔ یہ تو پھر ایڈوانس چیزیں ہو گئی نا، بالکل۔ بات تو پھر وہیں پہ آ جاتی ہے کہ جب ایک رسولی نمودار ہوتی ہے کہیں بھی جسم کے حصے میں، تو آپ کوالیفائڈ ڈاکٹر کے پاس جائیں، بالکل وہ کروائیں۔ پھر ایک میموگرافی، ایک میموگرافی بھی ہے، میموگرافی سے پہلے الٹرا سونوگرافی ہے۔ اب بہت اچھے ہائی ریزولوشن الٹرا ساؤنڈز آ چکے ہوئے ہیں، جس سے پہلے ہم الٹرا ساؤنڈ کرتے ہیں، اور میموگرافی میں بھی آپ ان کو کمپیریٹیو الٹرا ساؤنڈ سے کمپیئر کرتے ہیں۔ تو الٹرا ساؤنڈ کا اور میموگرافی میں کیا فائدہ؟ میموگرافی میں میموگرافی انویسو ٹیکنیک ہے، اس میں ریڈیشن ملتی ہے، پیشنٹ کو تھوڑا سا جو بریسٹ کو 2 پلیٹس کے درمیان سینڈوچ کرتے ہیں وہ دیکھنا ضروری ہوتا ہے، اسپیشلی میلیگننسی میں۔ الٹرا ساؤنڈ جو ہے وہ ایک ہائی ریزولوشن ہے، اس کا کوئی ہارمفل ایفیکٹس نہیں ہے، نان پینفل ہے، اس لیے تو جو الٹرا ساؤنڈ ہے وہ اس میں اوبیسلی ریڈیشن نہیں ہوتی ہے، آپ کا obviously مطلب ہے نہیں کہ وہ ہوتی۔ زیادہ بہتر ہے؟ نہیں، بہتر تو ہے، ہم اسے پک اپ کرتے ہیں۔ ایون میموگرافی میں آپ کمپیریٹیو الٹرا ساؤنڈ سے اس کو کوریلیٹ کرتے ہیں وہ فائنڈنگز۔ اور اس میں کینسر بھی، آپ کو پتا کینسر کیا ہوتا ہے؟ آپ کو نہیں پتا ہوگا، ٹھیک ہے نا؟ آپ نے سیکھا کس سے؟ ماموں وغیرہ سے، کس سے کہہ رہے تھے؟ دیکھیے جی، ان کے ماموں نے جو سکے ان کے ماموں، انہوں نے بھیجا ہے میرے پاس کہ ان کے پاس جائیں جی، وہ آپ کو ٹوٹکا بتائیں گے۔ اچھا، تو دیکھیں ان کے ماموں اگر میرے پاس بھیج رہے ہیں، انہیں آرام آیا تو بھیج رہے ہیں نا۔ نہیں وہ کوئی اور بات آپ ہوگی۔ نے کس سے سیکھا ٹوٹکے کرنا، وہ یہ پوچھ رہے ہیں۔ یہ میری بات سنیں، یہ جو ہمارے نانا چاچا دادا ایسے وہ چلتے آ رہے ہیں، وہ بھی ٹوٹکے بتاتے ہیں، آگے دیکھتے ہیں، ویسے لیکن میں آپ نے کے انہیں پاس ایسی بتایا۔ کوئی کوالیفیکیشن یا سند نہیں، Qualification تو نہیں، آپ کو کو لوگوں پتہ کا ہے۔ علاج نہیں کرنا دیکھیں چاہیے اس میڈم، کے اوپر۔ گاؤں میں یا ادھر ادھر کہاں آپ زیادہ کم لوگ سے کم پڑھے یہ تو لکھے ہوتے بتا ہیں۔ سکتے ہیں نا کہ بھائی صاحب آپ اپنی بیگم کو لے کے شہر کسی بڑے اسپتال میں چلے جائیں، وہاں جا کے چیک اپ کرائیں۔ ان کی جو کوالیفیکیشن ہے نا جی، وہ ہے ڈیٹ پن، جی، بے شرمی، یعنی ان کو شرم نہیں آ رہی کہ انسانوں کی زندگی کتنی اہم ہے۔ وہ 18,000 کو رو رہے ہیں، ان کو یہ نہیں پتا ان کی بیگم کی زندگی کتنے خطرے میں ہے کہ وہ جو ایک چھوٹا سا آپریشن ہونا تھا وہ اب کتنا بڑا آپریشن ہوگا، کیمو تھراپی ہوگی، جی 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 اور اسی وجہ سے پاکستان میں کینسر ہسپتال ایک سے ایک بنائے جا رہے ہیں۔ جی جی لیکن جو اصل وجہ ہے جہاں پہ کینسر اس سٹیج پہ جانا نہیں چاہیے، بالکل۔ میرے ایک دوست امریکہ سے بھی آئے ہیں، وہ کہہ رہے تھے کہ جی فلاں بندے کو جاننے والوں میں بریسٹ کینسر، ایک خاتون کو، کہتے ہیں اگر وہ میری مریض ہوتی اور امریکہ میں اس کو بریسٹ کینسر ہو جاتا تو سب سے پہلے میرے پہ مقدمہ ہونا تھا کہ میں نے ایز اے فیملی فزیشین اسے کیوں نہیں اس کی اسکریننگ کیوں نہیں کی، اس کو گائیڈ کیوں نہیں کیا، اس کو ਅਖਬਾਰ 'ਚ ਇਸ਼ਤਿਹਾਰ ਦਿੰਦੇ ਆਪਣਾ ਪੰਫਲੇਟ ਵੰਡਦੇ ਆ, ਇਸ਼ਤਿਹਾਰ ਲਾਉਂਦੇ ਆ, ਲੋਕਾਂ ਨੂੰ ਗੁੰਮਰਾਹ ਕਰਦੇ ਆ, ਸਾਡੀ ਦੁਕਾਨ ਤੇ ਆਓ, ਸਾਡੀ ਦੁਕਾਨ ਤੇ ਆਓ, ਪਬਲਿਸਿਟੀ ਰਕਸ਼ਾ ਕਢਾਉਂਦੇ ਆ ਆਪਣੇ ਫਲੈਕਸ ਲਾ ਕੇ, ਡਾਕਟਰ ਸਾਹਿਬ ਮੈਂ ਤੇ ਪਰਚਾ ਕਰਾਉਣਾ ਹੈ,
ਮੈਨੂੰ ਪੁਲਿਸ ਵਾਲੇ ਲੋਕ बिल्कुल करवाएं इन पे आप। डेफिनेटली कानूनी कार्रवाई होनी चाहिए और आपको ये समझना चाहिए कि इस वक्त जो है आपकी बेगम को इलाज की ज़रूरत है। ਮਿਹਰਬਾਨੀ ਭੈਣ। आपने खुद भी इनसे कोई इलाज करवाया ਮੈਂ जो ऐसे हो गए आप? ਸਰ ਮੇਰੇ ਵਾਲ ਥੋੜ੍ਹੇ ਮੇਰੇ ਜਿਹੇ ਦੱਸੇ ਟੋਟਕਿਆਂ ਨਾਲ ਹੀ ਚੱਲ ਰਿਹਾ, ਨਹੀਂ ਤੇ ਇਹ ਤੇ ਬੜੀ ਦੇਰ ਦਾ ਪੂਰਾ ਹੋ ਜਾਣਾ। ਲਓ ਗਰਾ ਵੀ ਨਹੀਂ ਘਟ ਰਿਹਾ ਦੇਖੋ। यार बात ये मेरे हिसाब से आप तो खैर हैं ही क्रिमिनल, ਜੀ ਜੀ तो कसूरवार आप भी हैं। ਮੈਨੂੰ ਵੀ ਜੇਲ੍ਹ 'ਚ ਕਰਾ ਦਿਓ। नहीं आपको जेल में तो नहीं, आपको एक तालीम ਬਾਕੀ ਵੀ की जरूरत है। ਕੈਦੀ ਕਿੱਥੇ ਜਾਣਗੇ। ਮੈਂ ਉਹਨਾਂ ਨੂੰ ਲੈ ਜਾਵਾਂਗਾ ਕਿਤੇ ਨਾ ਕਿਤੇ। ਜੀ ਡਾਕਟਰ ਸਾਹਿਬ बात ये हो रही है कि इसका तो मैं इलाज कर लूँगा। ਕਰ ਲਿਆ। आपका इलाज जो है वो ये है कि हुकूमत को चाहिए कि लोगों को एजुकेट करें। यस डॉक्टर साहब आपने इस बारे में कोई जी बिल्कुल, हमें जो है ना वो डोर टू डोर अवेयरनेस लेके जानी पड़ेगी ब्रेस्ट कैंसर की। हमें ये फार फ्लंग एरियाज़ में बताना पड़ेगा कि छाती में गिल्टी हो तो ख़वातीन क्या करें। तो इसके लिए हमें एक बड़े पैमाने पे एक एजुकेटिव प्रोग्राम्स करने पड़ेंगे। टीवी रेडियो से बात ना बने तो हमें गांव में शहरों में जाके बताना पड़ेगा कि अगर छाती में किसी को गिल्टी हो तो उस खातून को क्या करना चाहिए, फिर जाके ये बीमारी काबू में आएगी। अगर ये बीमारी जल्दी लोग ले आएंगे तो इसका छोटा सा ऑपरेशन होता है, बड़ी बीमारी में इसके ऑब्वियसली बड़ा ऑपरेशन होगा, इसके साथ और भी कॉम्प्लिकेशंस होती हैं। तो हमें ये अवेयरनेस अपने लोगों को एजुकेट करना बहुत ज़रूरी है रिगार्डिंग दीज डिजीज़। हमारा जो लेवल ऑफ एजुकेशन है वो बहुत लो है, तो मैं रिक्वेस्ट करूँगी मीडिया से, पब्लिक से, हुकूमत से कि हमारे लोगों को एजुकेट किया जाए और हमें कोई सहूलियात मुहैया की जाए ताकि हम लोग ये जो कैंपेन है ना घरों तक लेके जाएं, तो उनको बताएं कि उन्होंने क्या करना है प्रॉब्लम, ताकि वो ऐसे लोगों के पास ना जाएं। पाकिस्तान में रेशो है क्या ये जो बहुत कैंसर? हाई रेशियो है, अनडायग्नोज्ड है, कोई प्रॉपर स्टेटिस्टिक्स भी नहीं है। अब बाजी जिन्ना मर्जी इंग्लिश बोल ले, तू नहीं बचना मेरे को। ਉਹ ਮੇਰੇ ਕੋਲ ਜਿਹੜਾ ਕੋਲ ਹੋ ਕੇ ਬੈਠਾ ਮੈਂ ਉਂਝ ਵੀ ਨਹੀਂ ਬਚਣਾ ਮੈਨੂੰ मैं ਲੱਗਦਾ। तेन दंदी वड़ के मार देना। बात असल में ये है कि ब्रेस्ट कैंसर जो है पूरी दुनिया में अगर 100 खवातीन हैं तो उसमें से 8-9 खवातीन को ब्रेस्ट कैंसर हो जाता है। जी हाँ। और पाकिस्तान में शायद ये रेशो इससे भी ज़्यादा हो, हाय। क्योंकि हमारे यहाँ तो कोई स्टैटिस्टिक्स अभी तक बने नहीं, जी। और क्योंकि कोई रिकॉर्ड ही नहीं है किसी चीज़ का। हमारे यहाँ तो बहुत सारी चीज़ों का रिकॉर्ड नहीं है। हमारे तवज्जो सारी की सारी इलाज के ऊपर है, एंड स्टेज इलाज जिसमें चंदा इन्वॉल्व है, जिसमें बस। बहुत सारी चीज़ें। हमारा तवज्जो फोकस जो है वो वहाँ होना चाहिए कि गरीब मुल्क है, कर्ज़ों में डूबा हुआ, हर आदमी महंगाई से परेशान है। यहाँ पे तो ऐसा होना चाहिए कि मर्ज शुरू में ही पकड़ा जाए, अर्ली डायग्नोसिस एंड ट्रीटमेंट। और ताकि वो नौबत ही ना आए कि जहाँ पे लाखों करोड़ों खर्च हो एक आदमी के ऊपर और उसकी जान भी अजाब में रहे। मैं डॉक्टर साहब मेरे को आया मैं क्या मैंने गाना गाने का शौक है, मैं फंक्शन भी करना वा, मैं अपने बच्चों की रोजी कमाना। मैंने कहता गाना तू सही गाना है, आ फलाना गाना गाना। ਮੈਂ वो ਕਿਹਾ गाना ਸੀ ਜੀ गाया ਰਫੀ ਸਾਹਿਬ ਦਾ ਗਾਣਾ ਗਾਣਾ ਹੈ। ਕਿਹਨਾਂ ਦਾ? ਸੁਣਾਓ ਰਫੀ ਸਾਹਿਬ। मोहम्मद रफी साहब ਹਾਂਜੀ ਮੁਹੰਮਦ ਰਫੀ। मैनू इन्होंने कहा कि मैं मोहम्मद रफी साहब का गाना गाया, अकेले चले आओ जहां हो, अकेले चले आओ जहां हो, कहाँ आवाज दे तुमको कहाँ हो। ए गाना मैं गाया, मैनू आंडे पे जनाब। ਇਹਦੀ ਵਜ੍ਹਾ ਜੰਜ ਦਾ ਗਾਣ ਡਿਆ। ਐ ਵੇਖੋ ਗੱਲਾਂ ਇੰਜ ਕਰਦਾ। ਇਲਾਜ ਹੋਣਾ ਇਹਦਾ ਜੰਜ ਗਾਣ ਡਿਆ ਦੱਸੋ। ਮੇਰੀ ਉਮਰ ਵੀ ਲਾਵੇ ਮੇਰੀ ਬੇਗਮ ਨੂੰ ਤੁਸੀਂ ਕਿਉਂ ਗੁਜ਼ਾਰਨ ਦੇ? ਆਹ ਗੁਜ਼ਰੇ ਇਹਦੇ ਲਾਗੋਂ ਕੋਈ ਗੱਡੀ ਗੁਜ਼ਰੇ, ਇਹਦਾ ਨਾਨਾ ਗੁਜ਼ਰੇ, ਇਹਦਾ ਦਾਦਾ ਗੁਜ਼ਰੇ ਜਿਨ੍ਹਾਂ ਨੇ ਨਾਂ ਲਿਖੇ ਜਾਣਗੇ। ਜਿਹੜੇ 2 ਨੰਬਰ ਲੋਕ। अभी भी वक्त है, अभी भी सुधर जाओ ਹਾਂਜੀ और ਸੁਧਰ वो बेगम को लेके किसी अच्छे क्वालिफाइड डॉक्टर के पास जाएं। ठीक है। ठीक है ना। ਇਹ बाकी ਤਾਂ आप ਮੈਂ 18000 ਲੈਣਾ ਜੀ। नहीं 18,000 पे मटीरियल उस पर पर्चा कराते हैं ਪਰਚਾ ਕਰਾਓ और इसको अंदर कराओ। ਇਹਨੂੰ ਅੰਦਰ ਕਰਾਓ। ठीक है ना, अनलेस कि ये तौबा करे जी आइंदा हाँ। कि ये ऐसी हरकत नहीं। आप ਕਿ ਨੈਕਸਟ ਟਾਈਮ ਮੈਂ ਇਹਦੇ ਕੋਲ ਨਹੀਂ ਬਵਾਂਗਾ ਤੋਬਾ ਮੇਰੀ। ਆ ਵੇਖ देखो ये बाज नहीं आ रहा है, इसको इस पे ਇਹਦੇ पर्चा ही ਅੰਦਰ ਭਾਈ कराना ਸਹੀ पड़ेगा। ਅੰਦਰ ਜ਼ਮੀਰ ਨਹੀਂ ਸਹੀ ਇਹਦਾ। चले बस यहाँ पे ਤੈਨੂੰ ਬਾਹਰ ਕੱਢ ਕੇ ਵਾ ਦਿਆਂ ਜ਼ਮੀਰ ਕੇ ਸਹੀ ਹੈ। ਇਹ ਵੇਖ ਲਓ ਬਕਵਾਸ ਕਰਦਾ ये इन पे पर्चा ही होगा। ਪਰਚਾ ਹੀ ਹੋਏਗਾ। ठीक है ना, इसके अलावा कोई इसका चारा नहीं है। तो डॉक्टर साहब आपका बहुत बहुत शुक्रिया, Thank you. आपने वक्त दिया और इस पैगाम के साथ कि हम आइंदा हमारे पाकिस्तान में जो कैंसर है वो इब्तदाई स्टेज पे ही उसका पता चल जाए और हमें बहुत ज़्यादा पेचीदा इलाज की तरफ ना जाना पड़े। इस दुआ के साथ, इस उम्मीद के साथ हम इजाज़त चाहते हैं। अल्लाह हाफ़िज़।